ਮਿਊਚੁਅਲ ਫੰਡ ਜਿਹੜੇ ਆ ਉਹਨਾਂ ਨੇ ਜਿਹੜਾ ਡੀ ਤੋਂ ਜ਼ਿਆਦਾ ਫਾਇਦਾ ਦਿੱਤਾ ਆ। ਸੋ ਵੀਰੋ, ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ। ਮੈਂ ਕੋਸ਼ਿਸ਼ ਕਰਦਾ ਰਹਿਣਾ ਹਾਂ ਕਿ ਇਹਦੇ ਬਾਰੇ ਦੱਸਾਂ ਔਰ ਐਸੇ ਆਸਾਨ ਤਰੀਕੇ ਦੇ ਵਿੱਚ ਦੱਸਾਂ ਕਿ ਹਰ ਬੰਦੇ ਨੂੰ ਜਿਹੜੀ ਉਹ ਗੱਲ ਸਮਝ ਲੱਗੇ। ਸੋ ਮਲਟੀ ਕੈਪ ਫੰਡਸ, ਇਹਦੇ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ। ਬੀਤੇ 1 ਸਾਲ ਦੇ ਵਿੱਚ 63% ਤੱਕ ਦਾ ਜਿਹੜਾ ਉਹ ਰਿਟਰਨ ਦਿੱਤਾ ਹੈ ਤੇ ਇਹਦੇ ਵਿੱਚ ਰਿਸਕ ਜਿਹੜਾ ਉਹ ਘੱਟ ਹੁੰਦਾ ਹੈ। ਸੋ ਵੀਰੋ, ਸਾਰੀ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ, ਉਹੀ ਕੰਮ ਕਰੋ ਜਿਹਦੇ ਤੇ ਤੁਹਾਡੀ ਕਮਾਂਡ ਆ, ਜਿਹਦੀ ਤੁਹਾਨੂੰ ਨੌਲੇਜ ਆ। ਵਿਦਆਊਟ ਸੋਚੇ ਸਮਝੇ, ਵਿਦਆਊਟ ਕੋਈ ਐਕਸਪੀਰੀਅੰਸ ਤੋਂ ਉਹ ਕੰਮ ਨਾ ਕਰੋ ਜਿਹੜਾ ਤੁਹਾਨੂੰ ਨਹੀਂ ਪਤਾ। ਸੋ ਜੇਕਰ ਤੁਸੀਂ ਘੱਟ ਜੋਖਿਮ ਦੇ ਨਾਲ ਕੋਈ ਐਸੀ ਸਕੀਮ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਆ ਜਿੱਥੇ ਕਿ ਤੁਹਾਨੂੰ ਡੀ ਫਿਕਸਡ ਡਿਪੋਜ਼ਿਟ ਤੋਂ ਜ਼ਿਆਦਾ ਰਿਟਰਨ ਮਿਲੇ, ਤੇ ਤੁਹਾਨੂੰ ਮਿਊਚੁਅਲ ਫੰਡ ਦੀ ਮਲਟੀ ਕੈਪ ਸਕੀਮ ਦੇ ਵਿੱਚ ਜਿਹੜਾ ਉਹ ਨਿਵੇਸ਼ ਕਰਨਾ ਚਾਹੀਦਾ ਆ। ਇਸ ਕੈਟਾਗਰੀ ਦੇ ਫੰਡਸ ਨੇ ਪਿਛਲੇ 1 ਸਾਲ ਦੇ ਵਿੱਚ 63% ਦਾ ਰਿਟਰਨ ਦਿੱਤਾ ਆ। ਜੇ 1 ਰੁਪਈਆ ਕਿਸੇ ਨੇ ਲਗਾਇਆ ਆ ਤੇ ਉਹਨੂੰ 63 ਰੁਪਏ ਜਿਹੜੇ ਉਹ ਵਾਪਸ ਮਿਲੇ ਆ। ਸਭ ਤੋਂ ਪਹਿਲਾਂ ਅਸੀਂ ਸਮਝਣਾ ਕਿ ਆਖਰ ਮਲਟੀ ਕੈਪ ਫੰਡ ਹੁੰਦੇ ਕੀ ਆ। ਮਲਟੀ ਕੈਪ ਫੰਡ ਦੇ ਤਹਿਤ ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ ਦੇ ਵਿੱਚ ਜਿਹੜਾ ਉਹ ਨਿਵੇਸ਼ ਕੀਤਾ ਜਾਂਦਾ ਆ। ਸੇਬੀ ਦੇ ਨਵੇਂ ਨਿਯਮਾਂ ਦੇ ਅਨੁਸਾਰ ਮਲਟੀ ਕੈਪ ਫੰਡ ਦੇ ਵਿੱਚ ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ ਤਿੰਨਾਂ ਦੇ ਵਿੱਚ 25% ਹਿੱਸਾ ਜਿਹੜਾ ਉਹ ਰੱਖਣਾ ਹੋਏਗਾ। ਫੰਡ ਮੈਨੇਜਰ ਨੂੰ ਜਿਹੜਾ ਉਹ ਘੱਟ ਤੋਂ ਘੱਟ 75% ਇਕੁਇਟੀ ਤੇ ਇਕੁਇਟੀ ਓਰੀਐਂਟਡ ਫੰਡ ਦੇ ਵਿੱਚ ਨਿਵੇਸ਼ ਜਿਹੜਾ ਉਹ ਇਨਵੈਸਟ ਜਿਹੜਾ ਉਹ ਕਰਨਾ ਪਏਗਾ। ਮੰਨ ਲਓ ਕਿ ਫੰਡ ਮੈਨੇਜਰ ਦੇ ਕੋਲ ਨਿਵੇਸ਼ਕਾਂ ਦਾ ਕੁੱਲ 100 ਰੁਪਈਆ ਆ, ਤੋ ਇੱਥੇ ਕੀ ਹੋ ਜਾਏਗਾ, ਫੰਡ ਮੈਨੇਜਰ ਨੂੰ ਜਿਹੜਾ ਉਹ ਘੱਟ ਤੋਂ ਘੱਟ 75 ਰੁਪਏ ਜਿਹੜੇ ਆ ਉਹ ਇਕੁਇਟੀ ਤੇ ਇਕੁਇਟੀ ਓਰੀਐਂਟਡ ਫੰਡ ਦੇ ਵਿੱਚ ਨਿਵੇਸ਼ ਕਰਨੇ ਪੈਣਗੇ, ਜਿਹਦੇ ਨਾਲ ਕਿ 25 ਰੁਪਏ ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ ਤਿੰਨਾਂ ਦੇ ਵਿੱਚ ਲਗਾਉਣੇ ਪੈਣਗੇ। ਬਾਕੀ ਬਚੇ ਹੋਏ 25 ਰੁਪਏ ਜਿਹੜੇ ਆ ਉਹ ਫੰਡ ਮੈਨੇਜਰ ਆਪਣੇ ਹਿਸਾਬ ਨਾਲ ਜਿਹੜਾ ਉਹ ਲਗਾ ਸਕਦਾ ਆ। ਸੋ ਵੀਰੋ, ਇਹਦੇ ਵਿੱਚ ਘੱਟ ਜੋਖਿਮ ਹੁੰਦਾ ਆ। ਜੇਕਰ ਤੁਸੀਂ ਇਕੁਇਟੀ ਫੰਡਸ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ ਤੇ ਜ਼ਿਆਦਾ ਰਿਸਕੀ ਐਕਸਪੋਜ਼ਰ ਜਿਹੜਾ ਉਹ ਨਹੀਂ ਲੈਣਾ ਚਾਹੁੰਦੇ ਤਾਂ ਟੌਪ ਰੇਟਡ ਮਲਟੀ ਕੈਪ ਫੰਡਸ ਦੇ ਵਿੱਚ ਇਨਵੈਸਟ ਕਰ ਸਕਦੇ ਆ। ਮਾਰਕੀਟ ਕੈਪੀਟਲਾਈਜੇਸ਼ਨ ਦੇ ਹਿਸਾਬ ਦੇ ਨਾਲ ਇਹ ਫੰਡ ਜਿਹੜੇ ਆ ਉਹ ਅੱਛੀ ਤਰ੍ਹਾਂ ਜਿਹੜਾ ਆ ਚੰਗੀ ਤਰ੍ਹਾਂ ਡਾਈਵਰਸੀਫਾਈਡ ਵੀ ਹੁੰਦੇ ਆ। ਇਹ ਫੰਡ ਮਾਰਕੀਟ ਦੇ ਸਥਿਰ ਰਹਿਣ ਤੇ ਸਮਾਲ ਮਿਡ ਕੈਪ ਫੰਡਸ ਦੀ ਤੁਲਨਾ ਦੇ ਵਿੱਚ ਘੱਟ ਰਿਟਰਨ ਦੇ ਸਕਦੇ ਆ, ਲੇਕਿਨ ਜੇਕਰ ਮਾਰਕੀਟ ਅਸਥਿਰ ਵੀ ਹੋ ਜਾਵੇ ਤੇ ਇਸ ਕੰਡੀਸ਼ਨ ਦੇ ਵਿੱਚ ਵੀ ਇਹ ਫੰਡਸ ਜਿਹੜੇ ਉਹ ਘੱਟ ਰਿਸਕੀ ਹੁੰਦੇ ਆ। ਇਸ ਲਈ ਜੇ ਤੁਸੀਂ ਚਾਹੁੰਦੇ ਆ ਕਿ ਐਸਾ ਫੰਡ ਜਿਹਦੇ ਵਿੱਚ ਘੱਟ ਰਿਸਕ ਹੋਵੇ ਤਾਂ ਮਲਟੀ ਕੈਪ ਫੰਡ ਤੁਹਾਡੇ ਲਈ ਜਿਹੜੇ ਉਹ ਸਹੀ ਚੁਆਇਸ ਹੋ ਸਕਦੇ ਆ। ਸੋ ਟੈਕਸ ਜਿਹੜਾ ਆ ਉਹ ਕਿੰਨਾ ਦੇਣਾ ਪੈਂਦਾ ਆ, 12 ਮਹੀਨੇ ਤੋਂ ਘੱਟ ਸਮੇਂ ਦੇ ਨਿਵੇਸ਼ ਦੇ ਉੱਤੇ ਜਿਹੜਾ ਇਕੁਇਟੀ ਫੰਡਸ ਦੀ ਕਮਾਈ ਦੇ ਉੱਤੇ ਸ਼ਾਰਟ ਟਰਮ ਕੈਪੀਟਲ ਗੇਨਸ STCG ਟੈਕਸ ਲੱਗਦਾ ਆ। ਇਹ ਮੌਜੂਦਾ ਨਿਯਮਾਂ ਦੇ ਹਿਸਾਬ ਦੇ ਨਾਲ ਕਮਾਈ ਦੇ 15% ਦੇ ਤੱਕ ਜਿਹੜਾ ਉਹ ਕਮਾਈ ਦੇ ਉੱਤੇ ਲਗਾਇਆ ਜਾਂਦਾ ਆ। ਜੇਕਰ ਤੁਹਾਡਾ ਨਿਵੇਸ਼ 12 ਮਹੀਨਿਆਂ ਤੋਂ ਜ਼ਿਆਦਾ ਆ ਤੇ ਇਹਨੂੰ ਜਿਹੜਾ ਲੌਂਗ ਟਰਮ ਕੈਪੀਟਲ ਗੇਨਸ LTCG ਮੰਨਿਆ ਜਾਏਗਾ ਤੇ ਇਹਦੇ ਉੱਪਰ 10% ਵਿਆਜ ਜਿਹੜਾ ਉਹ ਦੇਣਾ ਪਏਗਾ। ਸੋ ਕਿਹਨੂੰ ਕਰਨਾ ਚਾਹੀਦਾ ਮਲਟੀ ਕੈਪ ਫੰਡਸ ਦੇ ਵਿੱਚ ਨਿਵੇਸ਼? ਨਿਵੇਸ਼ਕ ਜੋ ਇਕੁਇਟੀ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦਾ ਆ ਲੇਕਿਨ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦਾ, ਇਹਨਾਂ ਫੰਡਸ ਦੇ ਵਿੱਚ ਜਿਹੜਾ ਉਹ ਨਿਵੇਸ਼ ਕਰ ਸਕਦਾ ਹੈ, ਇਨਵੈਸਟ ਕਰ ਸਕਦਾ ਹੈ। ਪੋਰਟਫੋਲੀਓ ਨੂੰ ਡਾਈਵਰਸੀਫਾਈਡ ਕਰਨ ਦਾ ਜਿਹੜਾ ਇਹ ਇੱਕ ਅੱਛਾ ਆਪਸ਼ਨ ਆ। ਜੋ ਨਿਵੇਸ਼ਕ ਇੱਕ ਹੀ ਪੋਰਟਫੋਲੀਓ ਦੇ ਵਿੱਚ ਜੋਖਿਮ ਤੇ ਅਸਥਿਰਤਾ ਦੇ ਵਿੱਚ ਸੰਤੁਲਨ ਬਣਾਉਣਾ ਚਾਹੁੰਦੇ ਆ, ਉਹ ਜਿਹੜੇ ਆ ਮਲਟੀ ਕੈਪ ਫੰਡਸ ਦਾ ਵਿਕਲਪ ਜਿਹੜਾ ਉਹ ਚੁਣ ਸਕਦੇ ਆ। ਸੋ SIP ਦੇ ਜ਼ਰੀਏ ਜਿਹੜਾ ਨਿਵੇਸ਼ ਕਰਨਾ ਸਹੀ ਰਹੇਗਾ। ਮਿਊਚੁਅਲ ਫੰਡ ਦੇ ਨਾਲ ਜਿਹੜਾ ਮਿਊਚੁਅਲ ਫੰਡ ਦੇ ਵਿੱਚ ਇੱਕਦਮ ਜਿਹੜਾ ਪੈਸਾ ਲਗਾਉਣ ਦੀ ਬਜਾਏ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਯਾਨੀ SIP, ਇਹਦੇ ਬਾਰੇ ਮੈਂ ਦੱਸਿਆ ਹੋਇਆ, ਇਹਦੇ ਜ਼ਰੀਏ ਨਿਵੇਸ਼ ਕਰ ਸਕਦੇ ਆ। SIP ਦੇ ਜ਼ਰੀਏ ਤੁਹਾਡਾ ਹਰ ਮਹੀਨੇ ਇੱਕ ਨਿਸ਼ਚਿਤ ਅਮਾਊਂਟ ਜਿਹੜਾ ਇਹਦੇ ਵਿੱਚ ਲੱਗਦਾ ਆ। ਇਹਦੇ ਵਿੱਚ ਰਿਸਕ ਘੱਟ ਹੁੰਦਾ ਆ ਤੇ ਕਿਉਂਕਿ ਇਹਦੇ ਉੱਪਰ ਜ਼ਿਆਦਾ ਜਿਹੜਾ ਉਹ ਬਾਜ਼ਾਰ 'ਚ ਉਤਾਰ ਚੜਾਵ ਦਾ ਅਸਰ ਨਹੀਂ ਹੁੰਦਾ। ਸੋ ਵੀਰੋ, ਕਿਵੇਂ ਕਰ ਸਕਦੇ ਆ ਨਿਵੇਸ਼ ਇਹ ਵੀ ਦੱਸ ਦਿੰਦਾ। ਮਿਊਚੁਅਲ ਫੰਡ ਦੇ ਵਿੱਚ ਤੁਸੀਂ ਆਨਲਾਈਨ ਤੇ ਆਫਲਾਈਨ ਦੋਨੋਂ ਤਰੀਕਿਆਂ ਦੇ ਨਾਲ ਨਿਵੇਸ਼ ਕਰ ਸਕਦੇ ਆ। ਤੁਸੀਂ ਆਪਗਰੋ, ਅਪਸਟੌਕਸ ਔਰ ਜਰੋਦਾ ਜਿਹੜੇ ਇਹ ਇਨਵੈਸਟਮੈਂਟ ਐਪ ਆ, ਇਹਨਾਂ ਦੇ ਜ਼ਰੀਏ ਖੁਦ ਹੀ ਜਿਹੜਾ ਡੀਮੈਟ ਅਕਾਊਂਟ ਖੋਲ੍ਹ ਕੇ ਨਿਵੇਸ਼ ਦੀ ਸ਼ੁਰੂਆਤ ਕਰ ਸਕਦੇ ਆ। ਜੇਕਰ ਤੁਸੀਂ ਆਫਲਾਈਨ ਕਰਨਾ ਚਾਹੁੰਦੇ ਆ ਤੇ ਐਸੈਟ ਮੈਨੇਜਮੈਂਟ ਕੰਪਨੀ ਜਾਂ ਫਿਰ ਆਫਿਸ ਵਿੱਚ ਜਾ ਕੇ ਕਿਸੇ ਏਜੰਟ ਦੇ ਥਰੂ ਕਰ ਸਕਦੇ ਆ।
ਸੋ ਵੀਰੋ ਇਹ ਗੱਲਾਂ ਜਿਹੜੀਆਂ ਨਾ ਜਿਨ੍ਹਾਂ ਨੂੰ ਤਾਂ ਸ਼ੇਅਰ ਸਟਾਕ ਇਹਨਾਂ ਬਾਰੇ ਪਤਾ ਉਹਨਾਂ ਨੂੰ ਤਾਂ ਸਮਝ ਲੱਗ ਗਈਆਂ ਹੋਣੀਆਂ। ਸੋ ਜੇਕਰ ਨਹੀਂ ਵੀ ਲੱਗਦੀਆਂ ਇਹਨਾਂ ਬਾਰੇ ਪੜ੍ਹੋ, ਇਹਨਾਂ ਬਾਰੇ ਸਾਰੀ ਜਾਣਕਾਰੀ ਲਓ। ਫਿਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਫਿਰ ਹੀ ਨਿਵੇਸ਼ ਕਰੋ, ਕਿਸੇ ਦੇ ਪਿੱਛੇ ਲੱਗ ਕੇ ਨਾ ਕਰੋ। ਫਾਇਦਾ ਵੀ ਹੈਗਾ ਆ ਲੇਕਿਨ ਨੁਕਸਾਨ ਵੀ ਆ। ਸੋ ਬਾਕੀ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ।